सो 10th क्लास ऑटोट्रोफिक न्यूट्रिशन तो बाद दैन नैक्सट टॉपिक इज़ हेटरोट्रोफिक न्यूट्रिशन। सो ये बारे तुहानूं पिछे भी दसिया कि जिहड़े ऑटोट्रोफिक न्यूट्रिशन के द्वारा सिंपल मॉलीक्यूल्स तो कंपलैक्स मॉलीक्यूल्स बनते पे हैं, मीनस कि ग्लूकोज है ना कार्बन डाइऑक्साइड प्लस वाटर तो जिहड़ा कि बनया। सो हर एक ऑर्गेनिज्म जिहड़ा हैगा उन्होंने कंपलैक्स ऑर्गेनिजम्स ਨੂੰ ਹੁਣ ਸਬਸਟੈਂਸਿਸ ਨੂੰ ਯੂਜ਼ ਕਰ ਲੈਂਦਾ ਹੈ, ਠੀਕ ਹੈ, ਤੇ એનર્ਜੀ ਜਿਹੜੀ ਹੈਗੀ ਆ ਉਹ ਜਨਰੇਟ ਹੋ ਜਾਂਦੀ ਹੈ। ਸੋ ਹਰ ਇੱਕ ਆਰਗੇਨਿਜ਼ਮ ਜਿਹੜਾ ਹੈਗਾ ਉਹਨੇ ਅਡੋਪਟ ਕੀਤਾ ਹੋਇਆ ਆਪਣੇ এনवायरमेंट ਨੂੰ, ਠੀਕ ਹੈ। ਸੋ ਨਿਊਟ੍ਰੀਸ਼ਨ ਜਿਹੜੀ ਹੈਗੀ ਹੈ ਅਲੱਗ-ਅਲੱਗ ਕਿਸਮਾਂ ਦੀ ਹੋ ਸਕਦੀ ਹੈ, ਡਿਪੈਂਡ ਕਰਦਾ ਹੈ ਕਿ ਫੂਡ ਕਿਸ ਕਿਸਮ ਦਾ ਅਵੇਲੇਬਲ ਜਿਹੜਾ ਹੈਗਾ ਆਰਗੇਨਿਜ਼ਮ ਦੇ ਲਈ, ਹੈ ਨਾ। ਸੋ ਫੂਡ ਸੋਰਸ ਜਿਹੜੇ ਹੈਗੇ ਆ ਜਿੱਦਾਂ ਕਿ ਸਟੇਸ਼ਨਰੀ ਵੀ ਹੋ ਸਕਦੇ, ਜਿਵੇਂ ਗ੍ਰਾਸ ਹੈ ਨਾ ਇੱਕ ਜਗ੍ਹਾ ਦੇ ਉੱਤੇ ਲੱਗਾ ਰਹਿੰਦਾ, ਅਤੇ ਇਸ ਤਰੀਕੇ ਦੇ ਨਾਲ ਜਿਹੜਾ ਸ਼ੇਰ ਹੈ ਉਹਦੇ ਲਈ ਫੂਡ ਜਿਹੜਾ ਹੈਗਾ ਉਹ ਮੋਬਾਈਲ ਵੀ ਹੋ ਸਕਦਾ, ਜਿਵੇਂ ਕਿ ਡੀਅਰ ਹੈ ਨਾ, ਹਿਰਨ ਜਿਹੜਾ ਹੈਗਾ ਦੌੜਦਾ, ਸ਼ੇਰ ਉਹਨੂੰ ਜਿਹੜਾ ਹੈਗਾ ਦੌੜ ਕੇ ਪਕੜਦਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਅਤੇ ਘਾਹ ਜਿਹੜਾ ਹੈਗਾ ਇੱਕ ਜਗ੍ਹਾ ਦੇ ਉੱਤੇ ਲੱਗਾ ਰਹਿੰਦਾ, ਤਾਂ ਫੂਡ ਦਾ ਸੋਰਸ ਕੁਛ ਵੀ ਹੋ ਸਕਦਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਕਹਿੰਦਾ ਕਿ would allow for differences in how the food is assessed and what is the nutritive apparatus used by a cow and a lion, है ना। एक गां ने घाह खाना हुंदा, ठीक है जी, जिहड़ा लॉयन है उन्हें हिरन नूं खाना हुंदा, ठीक है ना। सो दोनों नूं जिहड़ा फूड हैगा देखो अलग अलग तरीकों के नाल अवेलेबल हो जाता। सो बहुत सारिया स्ट्रैटेजीज़ है जिहदे द्वारा कि कोई भी ऑर्गेनिज्म जिहड़ा हैगा फूड नूं यूज़ करदा। कुछ ऑर्गेनिज्म जिहड़ा हैगा वो फूड मटीरीयल नूं ब्रेकडाउन करदी है बॉडी तो बाहर, कुछ है उन्होंने अबजॉर्ब कर लेंगे है, जिमें कि फंजाई है ना। फंजाई पता ना तुहानूं ब्रैड माउल्ड भी कहते हैं जी, कि उली नूं लग ब्रैड नूं लग जाती है जी फंजाई, है ना। यीस्ट हो गया, मशरूम्स, तुसीं मशरूम भी खाते भी हैं एज ए वैजीटेबल तौर पर भी खाते, तो एक मशरूम जी हैगी आ वो बरसातां के दिनों के उग जाती है ना, जमीन के तुसीं लगी हुई देखी होनी है। ये सारे दूसरिਆਂ तो अपना फूड लेंदे आ, ठीक है। सो इस तरीके ਦੇ ਨਾਲ कुछ ऑर्गेनिज्म हैगे आ, सो अपनी बॉडी के अंदर फूड मटीरीयल ਨੂੰ ਲੈ ਕੇ ਉਹਨੂੰ ਉਹਦੀ ब्रेकडाउन करते हैं, है ना। सो ਜਿਹੜਾ फूड है कि अंदर किस तरीके ਨਾਲ ਲਿਜਾਇਆ ਜਾਏਗਾ, किस तरीके ਦੇ ਨਾਲ ਉਹਦੀ ब्रेकडाउन ਹੋਏਗੀ, ਉਹ ਸਾਰਾ बॉडी के डिज़ाइन के उत्ते डिपेंड करता। सम अदर ऑर्गेनिजम्स ड्राइव न्यूट्रिशन फ्रॉम प्लांट्स एंड एनीमल्स विदाउट किलिंग दैम, है ना। सो मतलब लॉयन ਜਿਹੜਾ ਹੈਗਾ ਉਹ ਤਾਂ ਹਿਰਨ ਨੂੰ ਮਾਰਨ ਤੋਂ ਬਾਅਦ ਜਿਹੜਾ ਹੈਗਾ ਨਾ ਖਾ ਸਕਦਾ। ਇਸੇ ਤਰੀਕੇ ਦੇ ਨਾਲ ਕੁਛ ਔਰਗੇਨਿਜ਼ਮ ਹੈ ਕਹਿੰਦਾ ਕਿ ਜਿਹੜੇ ਕਿ ਪਲਾਂਟਸ ਅਤੇ ਐਨੀਮਲਸ ਤੋਂ ਆਪਣਾ ਫੂਡ ਲੈਂਦੇ ਬਿਨਾਂ ਉਹਨਾਂ ਨੂੰ ਮਾਰੇ। ਸੋ ਇਸ ਕਿਸਮ ਦੀ ਜਿਹੜੀ ਪੈਰਾਸਿਟਿਕ ਨਿਊਟ੍ਰੀਸ਼ਨ ਸਟ੍ਰੈਟਜੀ ਜਿਹੜੀ ਹੈਗੀ ਆ ਬਹੁਤ ਸਾਰੇ ਔਰਗੇਨਿਜ਼ਮਸ ਦੇ ਦੁਆਰਾ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਕਿ ਕਸਕੂਟਾ ਜਿਹਨੂੰ ਕਿ ਅਮਰ ਬੇਲ ਕਹਿੰਦੇ ਆ ਨਾ। ਅਮਰ ਬੇਲ ਉੱਦਾਂ ਗਰੋ ਨਹੀਂ ਕਰ ਸਕਦੀ, ਉਹਨੂੰ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ। ਟਿਕਸ ਹੋ ਗਏ, ਲਾਈਸਿਸ, ਲੀਚੀਜ਼, ਹੈ ਨਾ। ਸੋ ਜਿਹੜੀਆਂ ਹੈਗੀਆਂ ਲੀਚੀਸ ਦੇ ਵਿੱਚ ਤੁਹਾਨੂੰ ਪਤਾ ਕੌਣ ਆ ਜਾਂਦਾ, ਜਿਹੜੀ ਜੌਂਕਾਂ ਹੁੰਦੀਆਂ ਉਹਨਾਂ ਨੂੰ ਲੀਚ ਕਹਿੰਦੇ ਆ। ਟੇਪ ਵਾਰਮਸ, ਹੈ ਨਾ, ਅਤੇ ਉਹ ਦੂਸਰਿਆਂ ਦੇ ਸਟਮਕ ਦੇ ਅੰਦਰ ਰਹਿੰਦੇ ਆ। ਸੋ ਇਹ ਔਰਗੇਨਿਜ਼ਮ ਜਿਹੜੇ ਹੈਗੇ ਪੈਰਾਸਾਈਟ ਦੀ ਤਰ੍ਹਾਂ ਐਕਟ ਕਰਦੇ ਆ, ਅਤੇ ਦੂਸਰਿਆਂ ਤੋਂ ਆਪਣਾ ਫੂਡ ਜਿਹੜਾ ਲੈਂਦੇ ਆ, ਠੀਕ ਹੈ। ਉਹਨਾਂ ਦੇ ਵਿੱਚ ਡਿਜ਼ੀਜ਼ਿਸ ਕਰ ਸਕਦੇ ਆ। ਹਾਊ ਡੂ ਔਰਗੇਨਿਜ਼ਮਸ ਓਬਟੇਨ ਦੇਅਰ ਨਿਊਟ੍ਰੀਸ਼ਨ, ਇਹਦੇ 'ਚ ਸਭ ਤੋਂ ਦੇਖੋ ਬੈਸਟ ਐਗਜ਼ਾਮਪਲ ਤੁਹਾਨੂੰ ਕਰਾਂਗੀ ਨਿਊਟ੍ਰੀਸ਼ਨ ਇਨ ਅਮੀਬਾ। ਸਾਰੇ ਬੱਚਿਆਂ ਨੂੰ ਪਤਾ ਕਿ ਅਮੀਬਾ ਦੀ ਇਸ ਤਰੀਕੇ ਦੀ ਇਰਰੈਗੂਲਰ ਬੋਡੀ ਹੁੰਦੀ ਹੈ, ਉਹਦੇ ਅੰਦਰ ਨਿਊਕਲੀਅਸ ਹੈ, ਬਾਹਰ ਪਾਣੀ ਦੇ ਵਿੱਚ ਫੂਡ ਪਾਰਟੀਕਲਸ ਜਿਹੜੇ ਹੈਗੇ ਆ ਉਹ ਤੈਰ ਰਹੇ ਹੁੰਦੇ ਆ। ਤਾਂ ਇਹ ਸੀਡੋਪੋਡੀਆ, ਹੈ ਨਾ, ਜਿਹਨੂੰ ਅਸੀਂ ਸੀਡੋ ਮੀਨਸ ਫਾਲਸ, ਹੈ ਨਾ, ਫਾਲਸ ਫੁੱਟ, ਇਸ ਤਰੀਕੇ ਨਾਲ ਪੈਰਾਂ ਵਰਗਾ ਇੱਕ ਸਟਰਕਚਰ ਜਿਹੜਾ ਹੈਗਾ ਬਣਾ ਲੈਂਦਾ ਅਮੀਬਾ, ਅਤੇ ਉਹ ਫੂਡ ਜਿਹੜਾ ਹੈਗਾ ਉਹਨੂੰ ਇਨਗਲਫ ਕਰ ਲੈਂਦਾ, ਅੰਦਰ ਲੈ ਜਾਂਦਾ, ਹੈ ਨਾ। ਤਾਂ ਫੂਡ ਵੈਕਿਊਲ ਬਣ ਜਾਂਦਾ। एक की स्ट्रक्चर बन गया फूड वैक्यूल, जिहदे अंदर के फूड है, फिर अंदर जाके साइटोप्लाज्म के फूड डाइजैसट हो जाता, वेस्ट थोड़ी बहुती बच जाती है, वो बाहर निकल जाती है। सो देखो जेकर तुसीं देखोगे तो अमीबा दे कोई मूँह नहीं है, कोई वो वेस्ट प्रोडक्ट बाहर कड्ढण दे लई एनस नहीं है, बड़ा सिंपल जिहा ऑर्गेनिज्म हैगा। अपनी मैंबरेन के थ्रू ही देखो ना, वो बाहर वाली जिहड़ी मैंबरेन है उत्थों ही उन्हें बस सीडोपोडिया बना लिया तो फूड नूं अंदर लै गया, ठीक है। सो इस तरीके के नाल फूड जोड़ा है अलग अलग ऑर्गेनिज्म जोड़े हैं अलग अलग तरीक़ों के नाल ऑबटेन कर सकते हैं, जोड़े सिंगल सैल्ड ऑर्गेनिज्म है, ठीक है। जिस तरह के अमीबा है ना सिंगल सैल का बनया होया, ठीक है। सो वह फूड जो किस तरीके फूड लैंदा अपने पूरे सरफेस तो फूड लै लैंदा, इंटायर सरफेस तो, है ना। पर जिदा जिदा ऑर्गेनिज्म की कंपलैक्सिसिटी बढ़ती जा रही है, अलग अलग तरह के ऑर्गेनिज्म जोड़े है स्पैशलाइज्ड हो जाते हैं, अलग अलग तरह का फंक्शन करते हैं, है ना। जिदा मैं तुहानूं पहले दस दिता कि अमीबा फिंगर लाइक एक्सटेंशनस भी असीं कह सकते हैं, अपने आप फिंगर ਉਂਗਲਾਂ ਵਰਗੀਆਂ ਬਾਹਰ ਨੂੰ ਆਊਟ ਗਰੋਥਸ ਕੱਢਦਾ ਹੈਗਾ, ਹੈ ਨਾ, ਜਿਹਦੇ ਦੁਆਰਾ ਕਿ ਉਹ ਆਪਣਾ ਫੂਡ ਨੂੰ ਆਪਣੇ ਵੱਲ ਨੂੰ ਖਿੱਚ ਲੈਂਦਾ, ਹੈ ਨਾ। ਫਿਰ ਉਹ ਕੀ ਬਣਾ ਦਿੰਦਾ, ਇੱਕ ਫੂਡ ਵੈਕਿਊਲ, फूड पार्टिकल के आले दुआले एक मैंबरेन जी बन जाती है, जिन्होंने असीं की कह दिंदे हां फूड वैक्यूल कह दिंदे हां। फूड वैक्यूल के अंदर कंपलैक्स जिहड़ा फूड है जां सबसटांसिस उन्होंने ब्रोकन डाउन किया जाता, सिंपल दे विच कन्वर्ट किया जाता, तो फिर सारे साइटोप्लाज्म दे विच फूड वैक्यूल टुट जाता, मिक्स हो जाता, डिफ्यूज़ हो जाता, जिहड़ा अनडाइजैस्टिड फूड मटीरियल है
ਉਹ ਵੇਸਟ ਦੀ ਫੋਰਮ ਦੇ ਵਿੱਚ ਹੈ ਨਾ। ਸੋ ਇਸ ਬੈਕਟੀਰੀਆ ਦੇ ਸਰਫੇਸ ਤੋਂ ਬਾਹਰ ਨਿਕਲ ਜਾਂਦਾ। ਇਸੇ ਤਰੀਕੇ ਦੇ ਨਾਲ ਪੈਰਾਮੀਸ਼ੀਅਮ ਵੀ ਇੱਕ ਯੂਨੀਸੈਲੂਲਰ ਔਰਗੈਨਿਜ਼ਮ ਹੈ ਨਾ। ਸੋ ਇਹਨਾਂ ਦੀ ਵੀ ਡੈਫੀਨੇਟ ਸ਼ੇਪ ਹੈ। ਇਹ ਖਾਸ ਕਿਸਮ ਦੇ ਜਿਹੜੇ ਇੱਕ ਸਪੋਰਟਸ ਦੀ ਫੋਰਮ ਦੇ ਵਿੱਚ ਹੈ ਨਾ, ਖਾਸ ਕਿਸਮ ਦੇ ਇੱਕ ਨਿਸ਼ਾਨ ਬਣ ਜਾਂਦੇ ਆ। ਉਹਦੇ ਅੰਦਰ ਆਪਣੇ ਫੂਡ ਨੂੰ ਲੈ ਲੈਂਦਾ ਹੈ ਨਾ। ਠੀਕ ਹੈ। ਸੋ ਫੂਡ ਇਜ਼ ਮੂਵਡ ਟੂ ਦਿਸ ਸਪੋਰਟ ਬਾਏ ਦਾ ਮੂਵਮੈਂਟ ਆਫ ਦਾ ਸੀਲੀਆ ਵਿਚ ਕਵਰ ਦਾ ਇੰਟਾਇਰ ਸਰਫੇਸ ਆਫ ਦਾ ਸੈੱਲ ਹੈ ਨਾ। ਤੁਸੀਂ ਪੈਰਾਮੀਸ਼ੀਅਮ ਅਕਸਰ ਦੇਖਿਆ ਹੋਣਾ, ਇਹਨੂੰ ਜੁੱਤੀ ਵਰਗਾ ਕਹਿੰਦੇ, ਜਿਵੇਂ ਪੰਜਾਬੀ ਜੁੱਤੀ ਹੁੰਦੀ ਨਾ, ਉਸ ਤਰ੍ਹਾਂ ਦਾ ਹੁੰਦਾ ਪੈਰਾਮੀਸ਼ੀਅਮ ਹੈ ਨਾ। ਉਹਦੇ ਆਲੇ ਦੁਆਲੇ ਸਾਰੇ ਕਿਤੇ ਸੀਲੀਆ ਵੱਲ ਲੱਗੇ ਹੁੰਦੇ, ਛੋਟੇ ਛੋਟੇ ਸੀਲੀਆ ਲੱਗੇ ਹੁੰਦੇ ਆ। ਸੋ ਪੈਰਾਮੀਸ਼ੀਅਮ ਵੀ ਯੂਨੀਸੈਲੂਲਰ ਔਰਗੈਨਿਜ਼ਮ ਹੈ। ਇਹਨਾਂ ਦੀ ਡੈਫੀਨੇਟ ਸ਼ੇਪ ਹੈ। ਠੀਕ ਹੈ। ਸੋ ਫੂਡ ਜਿਹੜਾ ਹੈਗਾ ਇਹਨਾਂ 'ਚ ਕਿੱਥੇ ਲਿਜਾਇਆ ਜਾਂਦਾ, ਇੱਕ ਖਾਸ ਕਿਸਮ ਦੀ ਜਗ੍ਹਾ ਦੇ ਉੱਤੇ ਲਿਜਾਇਆ ਜਾਂਦਾ। ਠੀਕ ਹੈ। ਸੋ ਸੀਲੀਆ ਦੀ ਹੈਲਪ ਦੇ ਨਾਲ ਹੈ ਨਾ, ਸੀਲੀਆ ਪੂਰੇ ਸਰਫੇਸ ਦੇ ਉੱਪਰ ਹੁੰਦੇ ਆ ਸੈੱਲ ਦੇ। ਸੋ ਇਹ ਸੀ ਲੋਅਰ ਔਰਗੈਨਿਜ਼ਮ ਜਾਂ ਯੂਨੀਸੈਲੂਲਰ ਔਰਗੈਨਿਜ਼ਮ ਜਿਹੜੇ ਆ ਸਿੰਗਲ ਸੈੱਲ ਦੇ ਬਣੇ ਹੁੰਦੇ ਆ। ਠੀਕ ਹੈ। ਸੋ ਇਹ ਉਹਨਾਂ ਦੇ ਵਿੱਚ ਦਿਖਾਇਆ ਕਿਸ ਤਰੀਕੇ ਦੇ ਨਾਲ ਉਹ ਫੂਡ ਲੈਂਦੇ ਆ। ਠੀਕ ਹੈ। ਅਮੀਬਾ ਅਤੇ ਪੈਰਾਮੀਸ਼ੀਅਮ 'ਚ ਨਾ ਡਿਟੇਲ ਦੇ ਵਿੱਚ ਤੁਹਾਡੇ ਕੋਲ ਆ ਗਿਆ ਨਿਊਟ੍ਰੀਸ਼ਨ ਇਨ ਹਿਊਮਨ ਬੀਇੰਗਸ ਹੈ ਨਾ। ਸੋ ਇਹ ਕਰਨ ਤੋਂ ਪਹਿਲਾਂ ਅਸੀਂ ਡਾਇਗਰਾਮ ਜ਼ਰੂਰ ਦੇਖਾਂਗੇ। ਇਹ ਛੋਟੀਆਂ ਕਲਾਸਾਂ ਦੇ ਵਿੱਚ ਵੀ ਬਣਾਈ ਹੋਈ ਹੈ, ਤੁਸੀਂ ਹੈ ਨਾ ਜ਼ਰੂਰ ਬਣਾਈ ਹੋਈ। ਐਲੀਮੈਂਟਰੀ ਕਨਾਲ ਦੀ 6th 7th ਦੀ ਸਾਇੰਸ ਦੇ ਵਿੱਚ ਵੀ ਹੈਗੀ ਹੈ। ਠੀਕ ਹੈ ਜੀ। ਸੋ ਇਹ ਕੀ ਹੈ, ਟੰਗ ਹੈ ਨਾ, ਇਹ ਮਾਊਥ ਹੈ ਨਾ। ਆਪਣਾ ਵੀ ਮੂੰਹ ਖੋਲ੍ਹ ਕੇ ਦੇਖ ਲਓ। ਜਿਹੜੀ ਸਾਰੀ ਤੁਹਾਡੀ ਖਾਲੀ ਜਗ੍ਹਾ ਜਿੱਥੇ ਜੀਭ ਲੱਗੀ ਹੋਈ ਹੈ, ਇਹ ਬੱਕਲ ਕੈਵਿਟੀ ਹੈ ਨਾ, ਜਿਹਨੂੰ ਅਸੀਂ ਮਾਊਥ ਵੀ ਕਹਿ ਦਿੰਦੇ ਹਾਂ। ਸਮਝਦੇ ਬੱਕਲ ਕੈਵਿਟੀ, ਇਹ ਉੱਥੋਂ ਦੀ ਕੀ ਨਿਕਲਦੀ ਹੈ, ਫੂਡ ਪਾਈਪ। ਠੀਕ ਹੈ ਜੀ। ਓਈਸੋਫੇਗਸ, ਫੂਡ ਪਾਈਪ ਨੂੰ ਹੋਰ ਕੀ ਕਹਿੰਦੇ ਹਾਂ ਅਸੀਂ, ਓਈਸੋਫੇਗਸ ਕਹਿੰਦੇ ਹਾਂ। ਠੀਕ ਹੈ। ਇਹ ਥੈਲੇ ਵਰਗਾ ਇੱਕ ਸਟਰਕਚਰ ਕੀ ਹੈ, ਸਟਮਕ। ਆਹ ਕੀ ਹੈ, ਡਾਰਕ ਜਿਹੜਾ ਲਾਰਜ ਜਿਹੜਾ ਸਟਰਕਚਰ ਹੈਗਾ, ਲੀਵਰ ਹੈ ਨਾ। ਠੀਕ ਹੈ। ਸੋ ਲੀਵਰ ਤੋਂ ਉੱਪਰ ਇਹ ਜਿਹੜਾ ਸਟਰਕਚਰ ਹੈ ਇਸ ਤਰੀਕੇ ਦੇ ਨਾਲ ਬਣਿਆ ਆਰਕ ਵਰਗਾ, ਇਹਨੂੰ ਕਹਿੰਦੇ ਡਾਇਆਫਰੈਗਮ। ਠੀਕ ਹੈ ਜੀ। ਲੀਵਰ ਹੈ, ਲੀਵਰ ਦੇ ਅੰਦਰ ਗਾਲ ਬਲੈਡਰ ਹੈ। ਠੀਕ ਹੈ। ਸੋ ਜਿਹੜਾ ਕਿ ਬਾਈਲ ਜੂਸ, ਲੀਵਰ ਕੀ ਪ੍ਰੋਡਿਊਸ ਕਰਦਾ, ਬਾਈਲ ਜੂਸ ਪ੍ਰੋਡਿਊਸ ਕਰਦਾ। ਸੋ ਲੀਵਰ ਦੇ ਅੰਦਰ ਕੀ ਪ੍ਰੈਜੈਂਟ ਹੈ, ਗਾਲ ਬਲੈਡਰ ਪ੍ਰੈਜੈਂਟ ਆ ਬਾਈਲ ਡਕਟ ਛੋਟੀ ਜਿਹੀ ਕੀ ਪ੍ਰੈਜੈਂਟ ਹੈਗੀ ਆ, ਬਾਈਲ ਡਕਟ। ਇੱਥੋਂ ਦੀ ਆਹ ਗਾਲ ਬਲੈਡਰ, ਬੜੇ ਸਾਰੇ ਜਿਹਨੂੰ ਪਿੱਤਾ ਕਹਿੰਦੇ ਆ, ਸਮਝਦੇ ਹੋ। ਇਹ ਬੜੇ ਸਾਰੇ ਲੋਕਾਂ ਦੇ ਕਈ ਵਾਰੀ ਰਿਮੂਵ ਕਰ ਦਿੱਤਾ ਜਾਂਦਾ। ਇੱਥੇ ਪੱਥਰੀਆਂ ਹੋ ਜਾਂਦੀਆਂ ਬਹੁਤ ਜ਼ਿਆਦਾ ਲੀਵਰ ਦੇ ਇਸ ਗਾਲ ਬਲੈਡਰ 'ਚ, ਜਿਹਨੂੰ ਪਿੱਤਾ ਕਹਿੰਦੇ ਪੰਜਾਬੀ 'ਚ। ਓਕੇ। ਇਹ ਬਾਈਲ ਜੂਸ ਸਕਰੀਟ ਕਰਦਾ ਲੀਵਰ, ਕਿ ਜਿਹੜੀ ਕਿ ਡਾਈਜੈਸ਼ਨ ਦੇ ਵਿੱਚ ਬਹੁਤ ਹੈਲਪ ਕਰਦੀ ਹੈ। ਠੀਕ ਹੈ। ਸੋ ਇਹ ਬਾਈਲ ਡਕਟ ਹੈ ਜਿਸ ਤੋਂ ਕਿ ਬਾਈਲ ਜੂਸ ਬਾਹਰ ਨਿਕਲ ਜਾਂਦਾ। ਓਕੇ। ਫਿਰ ਸਟਮਕ ਆ ਗਿਆ ਹੈ ਨਾ, ਪੇਟ ਜਿਹੜਾ ਹੁੰਦਾ, ਇਹ ਸਮਾਲ ਇੰਟਸਟਾਈਨ, ਆ ਪੈਨਕ੍ਰੀਆਜ਼ ਹੈ ਨਾ। ਠੀਕ ਹੈ। ਸਟਮਕ ਦੇ ਥੱਲੇ ਇੱਥੇ ਕੀ ਬਣਿਆ, ਲੀਫ ਲਾਈਕ ਸਟਰਕਚਰ ਬਣਿਆ ਹੋਇਆ, ਪੈਨਕ੍ਰੀਆਜ਼। ਠੀਕ ਹੈ ਜੀ। ਸੋ ਇਹ ਬਹੁਤ ਛੋਟੀ, ਮਤਲਬ ਬਹੁਤ ਛੋਟੀ ਨਹੀਂ, ਉੱਦਾਂ ਸਭ ਤੋਂ ਵੱਡੀ ਹੁੰਦੀ ਹੈ ਸਮਾਲ ਇੰਟਸਟਾਈਨ, ਪਰ ਇਹਨੂੰ ਕਹਿੰਦੇ ਸਮਾਲ ਇੰਟਸਟਾਈਨ ਹੈ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਵੱਲ ਪਏ ਹੁੰਦੇ ਆ। ਇਹ ਆਲੇ ਦੁਆਲੇ ਹੁੰਦੀ ਕੀ ਨਿਕਲ ਕੇ ਚਲੀ ਗਈ, ਲਾਰਜ ਇੰਟਸਟਾਈਨ। ਠੀਕ ਹੈ ਜੀ। ਲਾਰਜ ਇੰਟਸਟਾਈਨ ਦੇ ਇੱਕ ਐਂਡ ਦੇ ਉੱਤੇ ਹੈਗੀ ਹੈ ਅਪੈਂਡਿਕਸ, ਅਤੇ ਦੂਸਰੇ ਐਂਡ ਦੇ ਉੱਤੇ ਹੈ ਏਨਸ, ਜਿੱਥੋਂ ਦੀ ਕਿ ਵੇਸਟ ਪ੍ਰੋਡਕਟ ਜਿਹੜੇ ਆ ਬਾਹਰ ਨਿਕਲ ਜਾਂਦੇ ਆ। ਠੀਕ ਹੈ। ਸੋ ਇਹ ਸਾਰਾ ਹਿਊਮਨ ਐਲੀਮੈਂਟਰੀ ਕੈਨਾਲ ਹੈ। ਇਹਨੂੰ ਅਸੀਂ ਸਾਰੇ ਨੂੰ ਕੀ ਕਹਿੰਦੇ, ਹਿਊਮਨ ਐਲੀਮੈਂਟਰੀ ਕੈਨਾਲ। ਇਹਨੂੰ ਗੱਟ ਵੀ ਕਹਿੰਦੇ ਆ, GUT। ਠੀਕ ਹੈ ਨਾ, ਗੱਟ ਵੀ ਕਹਿੰਦੇ ਆ। ਐਲੀਮੈਂਟਰੀ ਕੈਨਾਲ ਹੈ, ਪੂਰਾ ਡਾਈਜੈਸਟਿਵ ਸਿਸਟਮ ਹੈ। ਜਦੋਂ ਅਸੀਂ ਨਾਲ ਗਲੈਂਡਸ ਦੀ ਵੀ ਗੱਲ ਕਰਾਂਗੇ ਨਾ, ਲੀਵਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਲਾਰਜੈਸਟ ਗਲੈਂਡ ਹਿਊਮਨ ਬੋਡੀ ਦੇ ਵਿੱਚ ਕਿਹੜਾ, ਲੀਵਰ ਹੈ। ਜੇ ਕੋਈ ਪੁੱਛੇ ਸੈਕਿੰਡ ਲਾਰਜੈਸਟ ਗਲੈਂਡ ਕਿਹੜਾ ਬੋਡੀ ਦੇ ਅੰਦਰ, ਹੁਣ ਗਲੈਂਡ ਪਤਾ, ਹੁਣ ਤੁਹਾਨੂੰ ਗਲੈਂਡ ਨਹੀਂ ਪਤਾ ਹੋਣੇ ਮੈਨੂੰ ਲੱਗਦਾ। ਗਲੈਂਡਸ ਵੀ ਬੋਡੀ ਦੇ ਅੰਦਰ ਬਹੁਤ ਜ਼ਿਆਦਾ ਜ਼ਰੂਰੀ ਹੈ। ਗਲੈਂਡਸ ਕਈ ਤਰੀਕੇ ਦੀਆਂ ਸਕ੍ਰੀਸ਼ਨਸ ਪ੍ਰੋਡਿਊਸ ਕਰਦੇ ਆ, ਜਿਹੜੇ ਕਿ ਹੈਲਪ ਕਰਦੀਆਂ ਨੇ ਫੂਡ ਨੂੰ ਡਾਈਜੈਸਟ ਕਰਨ ਦੇ ਲਈ। ਜਿਵੇਂ ਮੈਂ ਤੁਹਾਨੂੰ ਲੀਵਰ ਦੇ ਬਾਰੇ 'ਚ ਦੱਸਿਆ, ਲੀਵਰ ਬਾਈਲ ਜੂਸ ਸਕਰੀਟ ਕਰਦਾ ਹੈ ਨਾ। ਪੈਨਕ੍ਰੀਆਜ਼ ਪੈਨਕ੍ਰੀਟਿਕ ਜੂਸ ਸਕਰੀਟ ਕਰਦਾ ਹੈ ਨਾ, ਜਿਹੜੇ ਕਿ ਫੂਡ ਨੂੰ ਤੋੜਨ ਦੇ ਵਿੱਚ, ਡਾਈਜੈਸਟ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ। ਠੀਕ ਹੈ ਜੀ। ਸੋ ਹਿਊਮਨ ਬੀਇੰਗ ਦੇ ਵਿੱਚ ਜੇਕਰ ਮੈਂ ਨਿਊਟ੍ਰੀਸ਼ਨ ਦੀ ਹੁਣ ਗੱਲ ਕਰਾਂ ਤਾਂ ਐਲੀਮੈਂਟਰੀ ਕਨਾਲ ਬਹੁਤ ਹੀ ਲੰਬੀ ਟਿਊਬ ਹੈ, ਮਾਊਥ ਤੋਂ ਲੈ ਕੇ ਏਨਸ ਤੱਕ ਫੈਲੀ ਹੋਈ ਹੈ ਨਾ। ਏਨਸ ਜਿੱਥੋਂ ਦੀ ਕਿ ਤੁਸੀਂ ਆਪਣੀ ਵੇਸਟ ਬਾਹਰ ਕੱਢਦੇ ਹੋ, ਅਤੇ ਮਾਊਥ ਸਾਰਿਆਂ ਨੂੰ ਪਤਾ ਹੀ ਹੈ। ਡਿਫਰੈਂਟ ਇਹਦੇ ਪਾਰਟਸ ਹੈ, ਹਰ ਪਾਰਟ ਦਾ ਆਪਣਾ ਇੰਪੋਰਟੈਂਟ ਫੰਕਸ਼ਨ ਹੈਗਾ। ਠੀਕ ਹੈ। ਸੋ ਇੱਕ ਵਾਰੀ ਮਾਊਥ ਦੇ ਵਿੱਚ ਜਾਂ ਬੋਡੀ ਦੇ ਅੰਦਰ ਫੂਡ ਐਂਟਰ ਕਰ ਜਾਂਦਾ ਤਾਂ ਫੂਡ ਨੂੰ ਕੀ ਹੁੰਦਾ, ਉਹ ਸਾਰਾ ਸਮਝਣ ਤੋਂ ਪਹਿਲਾਂ ਇੱਕ ਤੁਸੀਂ ਐਕਟੀਵਿਟੀ ਦੇਖੋ। ਤੁਸੀਂ ਕੀ ਦੇਖਣਾ ਹੈਗਾ ਵੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਇਓਡੀਨ ਦਾ ਟੈਸਟ ਹੈ ਨਾ, ਵੀ ਸਟਾਰਚ ਪ੍ਰੈਜ਼ੈਂਟ ਹੈਗੀ ਕਿ ਨਹੀਂ ਪੱਤਿਆਂ ਦੇ ਉੱਪਰ। ਅਸੀਂ ਆਇਓਡੀਨ ਪਾ ਦਿੱਤੀ ਸੀ, ਪੱਤੇ ਦਾ ਜਿਹੜਾ ਹਿੱਸਾ ਨੀਲਾ ਹੋ ਗਿਆ ਜਾਂ ਜਾਮਣੀ ਹੋ ਗਿਆ, ਇਹਦਾ ਮਤਲਬ ਉੱਥੇ ਪੱਤੇ 'ਚ ਸਟਾਰਚ ਸੀਗੀ। ਠੀਕ ਹੈ। ਇਸੇ ਤਰੀਕੇ ਦੇ ਨਾਲ ਅਸੀਂ ਇੱਕ ਐਕਟੀਵਿਟੀ ਕਰਨੀ ਹੈ। ਅਸੀਂ ਸਟਾਰਚ ਸਲਿਊਸ਼ਨ ਲੈ ਲੈਣਾ 2 ਟੈਸਟ ਟਿਊਬਸ ਦੇ ਵਿੱਚ, 1 ਮਿਲੀਲੀਟਰ ਸਟਾਰਚ ਸਲਿਊਸ਼ਨ ਲੈ ਲੈਣਾ। ਜਿਹੜੀ ਉਹਨਾਂ ਦੇ ਵਿੱਚ ਹੁੰਦੀ ਟੈਸਟ ਟਿਊਬ ਇਹ ਹੈ ਨਾ, ਉਹਦੇ ਸਟਾਰਚ ਸਲਿਊਸ਼ਨ ਦੇ ਵਿੱਚ ਤੁਸੀਂ ਕੀ ਪਾ ਦੇਣਾ, ਸਲਾਈਵਾ, ਥੁੱਕ ਪਾ ਦੇਣਾ ਆਪਣਾ ਥੋੜ੍ਹਾ ਜਿਹਾ। ਠੀਕ ਹੈ। 20 ਤੋਂ ਲੈ ਕੇ 30 ਮਿੰਟਸ ਤੱਕ ਟੈਸਟ ਟਿਊਬਸ ਨੂੰ, ਠੀਕ ਹੈ, ਇਸ ਤਰ੍ਹਾਂ ਹੀ ਪਿਆ ਰਹਿਣ ਦੇਣਾ। ਲੀਵ ਦੈਮ ਅਨਡਿਸਟਰਬਡ ਹੈ ਨਾ, ਦੋਨੋਂ ਟੈਸਟ ਟਿਊਬ ਨੂੰ ਛੱਡ ਦਿਓ।
ਅੱਛਾ ਥੋੜ੍ਹੀ ਦੇਰ ਬਾਅਦ ਕੀ ਹੈ, ਕੁਛ ਡ੍ਰੌਪਸ ਪਾਵੋ ਡਿਲਿਊਟ ਆਇਓਡੀਨ ਸੋਲੂਸ਼ਨ ਦੀਆਂ ਦੋਨੋਂ ਟੈਸਟ ਟਿਊਬ ਦੇ ਵਿੱਚ, ਤੇ ਦੇਖੋ ਕਿ ਕਲਰ ਦੇ ਵਿੱਚ ਕੋਈ ਚੇਂਜ ਆਈ ਹੈ। ਜਿਹੜਾ ਤੁਸੀਂ ਠੀਕ ਹੈ ਸੋਲੂਸ਼ਨ ਲਿਆ ਸੀ ਦੋਨੋਂ ਟੈਸਟ ਟਿਊਬ ਦੇ ਵਿੱਚ, ਸਟਾਰਚ ਸੋਲੂਸ਼ਨ, ਤੇ ਇੱਕ 'ਚ ਸਲਾਈਵਾ ਪਾਇਆ ਸੀ, ਇੱਕ 'ਚ ਨਹੀਂ ਸੀ ਪਾਇਆ। ਮੁੜ ਕੇ ਹੁਣ ਕੀ ਕੀਤਾ, ਦੋਨਾਂ ਦੇ ਵਿੱਚ ਤੁਸੀਂ ਆਇਓਡੀਨ ਪਾਈ ਤਾਂ ਕਿਹਦੇ ਕਲਰ ਦੇ ਵਿੱਚ ਚੇਂਜ ਆਈ। ਜਿਸ ਟੈਸਟ ਟਿਊਬ ਦੇ ਵਿੱਚ ਤੁਸੀਂ ਸਲਾਈਵਾ ਪਾਇਆ ਹੋਏਗਾ ਨਾ, ਉੱਥੇ ਤੁਹਾਨੂੰ ਸਟਾਰਚ ਨਹੀਂ ਮਿਲੇਗਾ। ਉੱਥੇ ਜਿਹੜਾ ਸਟਾਰਚ ਸੋਲੂਸ਼ਨ ਹੈ ਨਾ, ਉਹਦਾ ਕਲਰ ਚੇਂਜ ਨਹੀਂ ਹੋਣਾ, ਕਿਉਂਕਿ ਉੱਥੇ ਸਟਾਰਚ ਨਹੀਂ ਹੋਣੀ। ਕਿਉਂ? ਕਿਉਂਕਿ ਸਲਾਈਵਾ ਵੀ ਕੀ ਕਰਦਾ ਹੈ, ਠੀਕ ਹੈ, ਸਟਾਰਚ ਨੂੰ ਸ਼ੂਗਰ 'ਚ ਕਨਵਰਟ ਕਰ ਦਿੰਦਾ ਹੈ। ਅਤੇ ਜਿਸ ਟੈਸਟ ਟਿਊਬ ਦੇ ਵਿੱਚ ਤੁਸੀਂ ਨਹੀਂ ਸੀ ਨਾ ਪਾਇਆ ਸਲਾਈਵਾ, ਉੱਥੇ ਸਟਾਰਚ ਸੋਲੂਸ਼ਨ ਜਿਹੜਾ ਹੈਗਾ ਆਇਓਡੀਨ ਦੇ ਨਾਲ ਕੀ ਹੋ ਜਾਏਗਾ, ਬਲੂ ਕਲਰ ਦਾ ਹੋ ਜਾਏਗਾ। ਇਹਦੇ ਤੋਂ ਇਹ ਪਤਾ ਲੱਗਦਾ ਕਿ ਫੂਡ ਦੇ ਅੰਦਰ ਠੀਕ ਹੈ ਜਿਹੜੀ ਸਟਾਰਚ ਪ੍ਰੈਜ਼ੈਂਟ ਹੁੰਦੀ ਹੈ ਤੁਹਾਡੇ ਭੋਜਨ ਦੇ ਵਿੱਚ, ਉਹਦੀ ਕਾਫੀ ਮਾਤਰਾ ਤੁਹਾਡੇ ਮੂੰਹ 'ਚ ਟੁੱਟ ਜਾਂਦੀ ਹੈ। ਸਟਾਰਚ ਕਾਫੀ ਸਾਰੀ ਸ਼ੂਗਰ 'ਚ ਕਨਵਰਟ ਹੋ ਜਾਂਦੀ ਹੈ, ਠੀਕ ਹੈ, ਤੁਹਾਡੇ ਮੂੰਹ ਦੇ ਅੰਦਰ ਹੀ, ਕਿਉਂਕਿ ਤੁਹਾਡੇ ਮੂੰਹ ਦੇ ਅੰਦਰ 3 ਪੇਅਰਸ ਆਫ ਸਲਿਵਰੀ ਗਲੈਂਡਸ ਪ੍ਰੈਜ਼ੈਂਟ ਹੈ, ਜਿਹੜੇ ਕਿ ਸਲਾਈਵਾ ਪ੍ਰੋਡਿਊਸ ਕਰਦੇ ਆ। ਸਮਝਦੇ ਪਏ ਹੋ? ਥੁੱਕ ਪੈਦਾ ਕਰਨ ਦੇ ਲਈ ਮੂੰਹ ਦੇ ਵਿੱਚ, ਇਹ ਲਾਰ ਪੈਦਾ ਕਰਨ ਦੇ ਲਈ ਤੁਹਾਡੇ ਮੂੰਹ ਦੇ ਵਿੱਚ ਕੀ ਪ੍ਰੈਜ਼ੈਂਟ ਹੈਗੇ ਨੇ, ਸਲਿਵਰੀ ਗਲੈਂਡਸ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਗਲੈਂਡਸ ਕੀ ਪ੍ਰੋਡਿਊਸ ਕਰਦੇ ਆ, ਸਕਰੀਸ਼ਨਸ ਪ੍ਰੋਡਿਊਸ ਕਰਦੇ ਆ। ਲੀਵਰ ਵੀ ਗਲੈਂਡ ਹੈ, ਪੈਨਕ੍ਰੀਆਜ਼ ਹੈ, ਸਲਿਵਰੀ ਗਲੈਂਡਸ ਹੈ। ਅੱਗੇ ਜਾ ਕੇ ਸਟਮਕ ਦੇ ਵਿੱਚ ਜਿਹੜੇ ਆਣੇ ਉਹ ਗੈਸਟ੍ਰਿਕ ਗਲੈਂਡਸ ਹੈ। ਇੰਟਸਟਾਈਨ ਦੇ ਵਿੱਚ ਜਿਹੜੇ ਆਣੇ ਉਹ ਇੰਟਸਟਾਈਨਲ ਗਲੈਂਡ ਹੈ। ਇਹ ਵੀ ਬਹੁਤ ਇੰਪੋਰਟੈਂਟ ਪੰਜਾਬ ਬੋਰਡ ਦਾ ਕੁਐਸਚਨ ਹੈ। ਸਮਝ ਗਏ? ਚਲੀਏ ਹੁਣ ਫਿਰ, ਠੀਕ ਹੈ। ਸੋ ਜਿਹੜਾ ਭੋਜਨ ਅਸੀਂ ਖਾਧਾ ਹੈ ਨਾ, ਉਹ ਮੂੰਹ ਰਾਹੀਂ ਠੀਕ ਹੈ ਸਭ ਤੋਂ ਪਹਿਲਾਂ ਕਿੱਥੇ ਚਲਾ ਜਾਂਦਾ, ਫੂਡ ਪਾਈਪ ਦੇ ਥਰੂ ਸਟਮਕ ਦੇ ਵਿੱਚ ਆ ਜਾਂਦਾ। ਠੀਕ ਹੈ। ਸੋ ਵੀ ਈਟ ਵੇਰੀਅਸ ਟਾਈਪਸ ਆਫ ਫੂਡਸ ਵਿਚ ਹੈਜ਼ ਟੂ ਪਾਸ ਥਰੂ ਦਾ ਸੇਮ ਡਾਈਜੈਸਟਿਵ ਟਰੈਕ। Naturally, the food has to be processed to generate particles which are small and of the same texture. ਫੂਡ ਨੂੰ ਤੋੜਨਾ ਪੈਂਦਾ ਨਹੀਂ। ਤੁਸੀਂ ਜਦੋਂ ਵੇਸਟ ਕੱਢਦੇ ਹੋ ਤਾਂ ਇਹ ਥੋੜ੍ਹੀ ਕਿ ਵੀ ਮਤਲਬ ਤੁਹਾਡਾ ਫੂਡ ਐਸਾ ਹੀ ਬਾਹਰ ਆ ਰਿਹਾ, ਨਹੀਂ। ਉਹਨੂੰ ਫੂਡ ਜਿਹੜਾ ਹੈਗਾ ਡਾਈਜੈਸਟ ਹੋ ਗਿਆ, ਛੋਟੇ ਛੋਟੇ ਟੁਕੜਿਆਂ ਦੇ ਵਿੱਚ ਟੁੱਟ ਗਿਆ, ਡਾਈਜੈਸ਼ਨ ਹੋ ਗਈ ਆ ਉਹਦੀ, ਹੈ ਨਾ। ਠੀਕ ਹੈ। ਸੋ ਫੂਡ ਦੀ ਕ੍ਰਸ਼ਿੰਗ ਅਸੀਂ ਟੀਥ ਦੇ ਨਾਲ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਇਹ ਕੈਨਾਲ ਜਿਹੜੀ ਪੂਰੀ ਐਲੀਮੈਂਟਰੀ ਕੈਨਾਲ ਹੈ, ਠੀਕ ਹੈ ਨਾ, ਸੋ ਇਹਦੀ ਲਾਈਨਿੰਗ ਅੰਦਰੋਂ ਅੰਦਰੀ ਬਹੁਤ ਸੋਫਟ ਹੈ ਨਾ, ਜਿਹਦੇ ਕਰਕੇ ਕਿ ਫੂਡ ਜਿਹੜਾ ਹੈਗਾ ਗਿੱਲਾ ਹੋ ਰਿਹਾ, ਠੀਕ ਹੈ, ਸਮੂਥਲੀ ਅੱਗੇ ਤੋਂ ਅੱਗੇ ਜਾਈ ਜਾ ਰਿਹਾ ਹੈ ਨਾ, ਜਾਣਾ ਚਾਹੀਦਾ ਨਾ। ਹੁਣ ਕਹਿੰਦਾ ਕਿ ਜੇਕਰ ਤੁਸੀਂ ਇੱਕ ਵਾਰੀ ਅੱਛਾ ਭੋਜਨ ਕੋਈ ਵੀ ਦੇਖਦੇ ਹੋ ਜਾਂ ਜਿਹੜੀ ਚੀਜ਼ ਤੁਹਾਨੂੰ ਬਹੁਤ ਪਸੰਦ ਹੈ, ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ, ਉਹ ਐਕਚੁਅਲੀ ਪਾਣੀ ਨਹੀਂ ਹੈ, ਉਹ ਕੀ ਹੈ, ਸਲਾਈਵਾ ਹੈ। ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ, ਜਿਹੜਾ ਕਿ ਕਿਤੇ ਦੁਆਰਾ ਸਕਰੀਟ ਕੀਤਾ ਜਾਂਦਾ ਮੂੰਹ ਦੇ ਅੰਦਰ, ਸਲਿਵਰੀ ਗਲੈਂਡਸ ਦੇ ਦੁਆਰਾ। ਠੀਕ ਹੈ ਜੀ। ਸੋ ਇਸੇ ਤਰੀਕੇ ਦੇ ਨਾਲ ਅਨਦਰ ਐਸਪੈਕਟ ਹੈਗਾ, ਠੀਕ ਹੈ ਨਾ, ਆਫ ਦਾ ਫੂਡ ਵੀ ਇੰਜੈਸਟ ਇਨ ਇਟਸ ਕੰਪਲੈਕਸ ਨੇਚਰ ਹੈ ਨਾ। ਠੀਕ ਹੈ। ਜੇਕਰ ਅਸੀਂ ਉਹਨੂੰ ਐਲੀਮੈਂਟਰੀ ਕਨਾਲ ਦੇ ਵਿੱਚੋਂ ਦੀ ਐਬਜ਼ੋਰਬ ਕਰਨਾ ਨਾ ਫੂਡ ਜਿਹੜਾ ਹੈਗਾ, ਕਿਉਂਕਿ ਦੇਖੋ ਅਸੀਂ ਫੂਡ ਕਿਉਂ ਖਾਧਾ, ਕਿਉਂਕਿ ਸਾਨੂੰ ਐਨਰਜੀ ਮਿਲੇ, ਉਹ ਬਲੱਡ ਦੇ ਵਿੱਚ ਐਨਰਜੀ ਚਲੀ ਜਾਏ ਅਤੇ ਸਾਰੀ ਬੋਡੀ ਕੋਲ ਚਲੀ ਜਾਏ, ਤਾਂ ਹੀ ਅਸੀਂ ਸਰਵਾਈਵ ਕਰ ਪਾਵਾਂਗੇ ਨਾ। ਇਸ ਕਰਕੇ ਫੂਡ ਦੀ ਬ੍ਰੇਕਡਾਊਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਉਹ ਤੁਹਾਨੂੰ ਪਹਿਲਾਂ ਪਿੱਛੇ ਵੀ ਦੱਸਿਆ ਸੀਗਾ, ਠੀਕ ਹੈ। ਫੂਡ ਦੀ ਬ੍ਰੇਕਡਾਊਨ ਕਿਹਦੀ ਹੈਲਪ ਨਾਲ ਕੀਤੀ ਜਾਂਦੀ, ਬਾਇਓਲੋਜੀਕਲ ਕੈਟਾਲਿਸਟ ਦੀ ਹੈਲਪ ਦੇ ਨਾਲ ਕੀਤੀ ਜਾਂਦੀ ਹੈ, ਜਿਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਐਨਜ਼ਾਈਮ। ਓਕੇ। ਸੋ ਸਲਾਈਵਾ ਦੇ ਅੰਦਰ ਵੀ ਕਿਹੜਾ ਐਨਜ਼ਾਈਮ ਪ੍ਰੈਜ਼ੈਂਟ ਹੈ, ਹੁਣ ਮੈਂ ਦੱਸਣ ਲੱਗੀ, ਮੈਂ ਕੀ ਕਿਹਾ ਸੀਗਾ ਕਿ ਮੂੰਹ ਦੇ ਅੰਦਰ ਹੀ ਨਾ ਜਦੋਂ ਜਾਂਦੇ ਸਾਰੇ ਭੋਜਨ ਦੇ ਵਿੱਚੋਂ ਦੀ ਬਹੁਤ ਸਾਰੀ ਸਟਾਰਚ ਟੁੱਟ ਜਾਂਦੀ ਹੈ। ਠੀਕ ਹੈ। ਕਿਉਂਕਿ ਸਲਿਵਰੀ ਗਲੈਂਡਸ ਨੇ ਸਲਾਈਵਾ ਸਕਰੀਟ ਕੀਤਾ ਹੋਇਆ, ਅਤੇ ਸਲਾਈਵਾ ਦੇ ਵਿੱਚ ਕਿਹੜਾ ਐਨਜ਼ਾਈਮ ਹੈ, ਸਲਿਵਰੀ ਅਮਾਈਲੇਜ਼। ਸਮਝਦੇ ਪਏ ਹੋ? ਸੋ ਇਹ ਬੜੀਆਂ ਤੁਹਾਨੂੰ ਅਲੱਗ ਗੱਲਾਂ ਜਿਹੜੀਆਂ ਹੈਗੀਆਂ ਇੱਥੇ ਸਿੱਖਣ ਨੂੰ ਮਿਲਣਗੀਆਂ। ਧਿਆਨ ਨਾਲ ਸੁਣਨਾ। ਸਲਾਈਵਾ ਦੇ ਅੰਦਰ ਐਨਜ਼ਾਈਮ ਪ੍ਰੈਜ਼ੈਂਟ ਹੁੰਦਾ, ਸਲਿਵਰੀ ਅਮਾਈਲੇਜ਼, ਜਿਹੜਾ ਕਿ ਸਟਾਰਚ ਨੂੰ ਬ੍ਰੇਕ ਡਾਊਨ ਕਰ ਦਿੰਦਾ। ਠੀਕ ਹੈ। ਇਹ ਕੰਪਲੈਕਸ ਮੋਲੀਕਿਊਲ ਜਿਹੜਾ ਸਟਾਰਚ ਹੈ, ਇਹਨੂੰ ਕਾਹਦੇ 'ਚ ਬਦਲ ਦਿੰਦਾ, ਸ਼ੂਗਰ 'ਚ। ਸੋ ਸਿੱਧੀ ਜਿਹੀ ਗੱਲ ਹੈ, ਜਿੰਨੇ ਵੀ ਕੰਪਲੈਕਸ ਪਾਰਟਸ ਹੋਣਗੇ ਫੂਡ ਦੇ, ਉਹਨੂੰ ਤੁਹਾਨੂੰ ਸਿੰਪਲ 'ਚ ਕਨਵਰਟ ਕਰਨਾ ਪਏਗਾ, ਤਾਂ ਹੀ ਫੂਡ ਤੁਹਾਨੂੰ ਡਾਈਜੈਸਟ ਹੋਏਗਾ। ਠੀਕ ਹੈ। ਸੋ ਸਟਾਰਚ ਤੋਂ ਕੀ ਬਣ ਗਈ, ਕਾਫੀ ਸਾਰੀ ਸਟਾਰਚ ਸ਼ੂਗਰ ਬਣ ਗਈ ਮੂੰਹ 'ਚ ਹੀ। ਫੂਡ ਜਿਹੜਾ ਹੈਗਾ ਚੰਗੀ ਤਰੀਕੇ ਨਾਲ ਮਿਕਸ ਹੋ ਜਾਂਦਾ ਸਲਾਈਵਾ ਦੇ ਨਾਲ। ਠੀਕ ਹੈ। ਸੋ ਜੀਭ ਜਿਹੜੀ ਹੈਗੀ ਆ, ਦੰਦਾਂ ਨੇ ਉਹਨੂੰ ਚੰਗੀ ਤਰ੍ਹਾਂ ਚਬਾਇਆ, ਅਤੇ ਜੀਭ ਦੀ ਮਦਦ ਦੇ ਨਾਲ ਅਸੀਂ ਨਿਗਲ ਗਏ ਹਾਂ ਫੂਡ ਨੂੰ। ਹੁਣ ਫੂਡ ਜਿਹੜਾ ਹੈਗਾ, ਠੀਕ ਹੈ, ਸੋ ਡਾਈਜੈਸਟਿਵ ਟਰੈਕ ਟਿਊਬ ਦੇ ਵਿੱਚੋਂ ਦੀ ਮੀਨਸ ਓਈਸੋਫੇਗਸ ਜਾਂ ਫੂਡ ਪਾਈਪ ਦੇ ਵਿੱਚੋਂ ਦੀ ਹੁੰਦਾ ਹੋਇਆ, ਠੀਕ ਹੈ, ਨੀਚੇ ਪਹੁੰਚ ਜਾਣਾ। ਠੀਕ ਹੈ। ਸੋ ਇਸ ਕਨਾਲ ਦੇ ਵਿੱਚ, ਐਲੀਮੈਂਟਰੀ ਕਨਾਲ 'ਚ ਬਹੁਤ ਸਾਰੇ ਮਸਲਸ ਹੁੰਦੇ ਆ, ਜਿਹੜੇ ਕਿ ਕੰਟਰੈਕਟ ਕਰਦੇ ਰਹਿੰਦੇ ਆ। ਫੂਡ ਹੌਲੀ 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 ਹਿਲਦਾ ਅੱਗੇ ਤੋਂ ਅੱਗੇ ਜਾਈ ਜਾ ਰਿਹਾ ਹੈ। ਮਾਊਥ ਤੋਂ ਫੂਡ ਜਿਹੜਾ ਹੈਗਾ ਹੁਣ ਸਟਮਕ ਤੱਕ ਪਹੁੰਚ ਚੁੱਕਾ, ਸਾਫ਼ ਨਜ਼ਰ ਆ ਰਹੀ ਹੈ ਤੁਹਾਨੂੰ ਇੱਕ ਲੰਬੀ ਜਿਹੀ ਪਾਈਪ, ਜਿਹਨੂੰ ਕਿ ਫੂਡ ਪਾਈਪ ਜਾਂ ਓਈਸੋਫੇਗਸ ਕਹਿੰਦੇ ਆ। ਠੀਕ ਹੈ। ਉਹਦੇ ਦੁਆਰਾ ਫੂਡ ਜਿਹੜਾ ਹੈਗਾ ਹੁਣ, ਠੀਕ ਹੈ, ਸਟਮਕ ਤੱਕ ਪਹੁੰਚ ਚੁੱਕਾ। ਸਟਮਕ ਇੱਕ ਬਹੁਤ ਹੀ ਲਾਰਜ ਔਰਗਨ ਹੈ, ਇਹ ਹੋਰ ਐਕਸਪੈਂਡ ਕਰ ਜਾਂਦਾ, ਵੱਡਾ ਹੋ ਜਾਂਦਾ ਜਦੋਂ ਇਹਦੇ ਅੰਦਰ ਫੂਡ ਚਲਾ ਜਾਂਦਾ। ਇਹਦੀਆਂ ਜਿਹੜੀਆਂ ਮਸਕੂਲਰ ਵਾਲਸ ਹੈਗੀਆਂ ਨੇ, ਚੰਗੇ ਤਰੀਕੇ ਦੇ ਨਾਲ ਡਾਈਜੈਸਟਿਵ ਜੂਸ ਦੇ ਨਾਲ ਮਿਕਸ ਕਰ ਦਿੰਦੀਆਂ ਹੈ ਫੂਡ ਨੂੰ।
है ना। सो these digestion functions are take care of by the gastric glands। ਹੋਰ ਕੀ ਸਟਮਕ ਦੇ ਵਿੱਚ ਪ੍ਰੈਜ਼ੈਂਟ ਹੈਗਾ, ਗੈਸਟ੍ਰਿਕ ਗਲੈਂਡਸ ਪ੍ਰੈਜ਼ੈਂਟ ਹੈ ਜਿਹੜੇ ਕਿ ਇਹਦੀ ਵਾਲਸ ਦੇ ਵਿੱਚ ਪ੍ਰੈਜ਼ੈਂਟ ਹੈ। ਇਹ ਜਿਹੜੇ ਗੈਸਟ੍ਰਿਕ ਗਲੈਂਡ ਸਟਮਕ ਦੇ ਵਿੱਚ ਪ੍ਰੈਜ਼ੈਂਟ ਹੈਗੇ ਆ ਨਾ, ਇਹ ਕੀ ਸਕਰੀਟ ਕਰਦੇ ਆ, ਹਾਈਡਰੋਕਲੋਰਿਕ ਐਸਿਡ। ਠੀਕ ਹੈ, ਇੱਕ ਨੂੰ ਪ੍ਰੋਟੀਨ ਡਾਈਜੈਸਟ ਕਰਨ ਵਾਲੇ ਐਂਜ਼ਾਈਮਸ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ, ਪੈਪਸਿਨ, ਅਤੇ ਕੁਛ ਮਿਊਕਸ ਲੇਸਲਾ ਸਬਸਟਾਂਸ ਵੀ ਸਟਮਕ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਜਿਹਨੂੰ ਕਿ ਅਸੀਂ ਕੀ ਕਹਿ ਦਿੰਦੇ ਹਾਂ, ਮਿਊਕਸ। ਸਮਝਦੇ ਹੋ? ਠੀਕ ਹੈ। ਸੋ ਇੱਕ ਕੀ ਸਕਰੀਟ ਕਰ ਦਿੱਤਾ ਹੈਗਾ ਸਟਮਕ ਦੇ ਵਿੱਚ ਗੈਸਟ੍ਰਿਕ ਗਲੈਂਡਸ ਨੇ, ਪੈਪਸਿਨ, ਠੀਕ ਹੈ, ਮਿਊਕਸ, ਠੀਕ ਹੈ ਜੀ, ਪ੍ਰੋਟੀਨ ਨੂੰ ਡਾਈਜੈਸਟ ਕਰਨ ਵਾਲਾ ਐਂਜ਼ਾਈਮ, ਠੀਕ ਹੈ, ਹਾਈਡਰੋਕਲੋਰਿਕ ਐਸਿਡ ਜਿਹੜਾ। ਸੋ ਜੋ ਗੈਸਟ੍ਰਿਕ ਗਲੈਂਡਸ ਹੈ, ਇੱਕ ਵਾਰੀ ਫਿਰ ਤੋਂ ਦੁਬਾਰਾ ਸੁਣੋ, ਉਹ ਪ੍ਰੋਟੀਨ ਨੂੰ ਡਾਈਜੈਸਟ ਕਰਨ ਵਾਲੇ ਐਂਜ਼ਾਈਮਸ ਪ੍ਰੋਡਿਊਸ ਕਰਦਾ ਗੈਸਟ੍ਰਿਕ ਗਲੈਂਡ ਜੋ ਹੈਗਾ। ਠੀਕ ਹੈ, ਸੋ ਪੈਪਸਿਨ, ਮਿਊਕਸ ਸਕਰੀਟ ਕਰਦਾ ਹੈ। ਠੀਕ ਹੈ, ਅਤੇ ਹਾਈਡਰੋਕਲੋਰਿਕ ਐਸਿਡ ਜਿਹੜਾ ਹੈਗਾ ਇੱਕ ਐਸਿਡਿਕ ਮੀਡੀਅਮ ਜਿਹੜਾ ਹੈਗਾ ਉਹ ਬਣਾ ਕੇ ਰੱਖਦਾ, ਜਿਹਦੇ ਕਰਕੇ ਪੈਪਸਿਨ ਦਾ ਐਕਸ਼ਨ ਹੋਰ ਵੀ ਸਹੀ ਤਰੀਕੇ ਦੇ ਨਾਲ ਹੋ ਪਾਉਂਦਾ ਹੈ। ਠੀਕ ਹੈ, ਹੋਰ ਕਿਹੜੇ ਕਿਹੜੇ ਫੰਕਸ਼ਨਸ ਹੈ ਜਿਹੜਾ ਕਿ ਇਸ ਸਟਮਕ ਦੇ ਅੰਦਰ ਪ੍ਰੋਡਿਊਸ ਹੋਣ ਵਾਲਾ ਐਸਿਡ ਜਿਹੜਾ ਕਰ ਸਕਦਾ। ਮਿਊਕਸ ਇੱਕ ਤਾਂ ਕੀ ਕਰਦਾ, ਹੁਣ ਦੇਖੋ ਨਾ, ਐਸਿਡ ਹੈ, ਐਸਿਡ ਜਿਹੜਾ ਹੈਗਾ ਨਸ਼ਟ ਕਰ ਸਕਦਾ ਹੈਗਾ ਸਟਮਕ ਦੀ ਲਾਈਨਿੰਗ ਨੂੰ। ਠੀਕ ਹੈ, ਪਰ ਜਿਹੜਾ ਇਹ ਮਿਊਕਸ ਸਕਰੀਟ ਕੀਤਾ ਹੈਗਾ ਗੈਸਟ੍ਰਿਕ ਗਲੈਂਡਸ ਨੇ, ਠੀਕ ਹੈ ਨਾ, ਸੋ ਉਹ ਐਸਿਡ ਦਾ ਅਸਰ ਨਹੀਂ ਹੋਣ ਦਿੰਦੇ। ਠੀਕ ਹੈ, ਸਟਮਕ ਦੀ ਜਿਹੜੀ ਲਾਈਨਿੰਗ ਹੈਗੀ ਆ ਉਹਨੂੰ ਖ਼ਰਾਬ ਨਹੀਂ ਹੋਣ ਦਿੰਦੇ, ਹੈ ਨਾ। ਅਸੀਂ ਅਕਸਰ ਸੁਣਿਆ ਹੋਣਾ ਕਿ ਬਹੁਤ ਸਾਰੇ ਪੀਪਲ ਜਿਹੜੇ ਆ ਉਹ ਐਸੀਡਿਟੀ ਦੀ ਮਤਲਬ ਸ਼ਿਕਾਇਤ ਕਰਦੇ ਵੀ ਹਾਂ ਮੈਨੂੰ ਐਸੀਡਿਟੀ ਹੈ। ਠੀਕ ਹੈ, ਜਿੱਦਾਂ ਅਸੀਂ ਕਹਿੰਦੇ ਕੋੜੇ ਡਕਾਰ ਆਉਣਾ, ਖੱਟੇ ਡਕਾਰ ਆਉਣਾ, ਹੈ ਨਾ। ਠੀਕ ਹੈ, ਸੋ ਉਹ ਕਿਸੇ, ਕਿਉਂਕਿ ਦੇਖੋ ਸਟਮਕ ਦੇ ਵਿੱਚ ਤਾਂ ਐਸਿਡ ਪ੍ਰੋਡਿਊਸ ਹੋਣਾ ਹੀ ਹੋਣਾ। ਠੀਕ ਹੈ, ਸੋ ਇਹ ਨੈਚੁਰਲੀ ਹੈ, ਪਰ ਕਿਸੇ 'ਚ ਜ਼ਿਆਦਾ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਏ ਤਾਂ ਫਿਰ ਉਹ ਥੋੜ੍ਹਾ ਪ੍ਰੋਬਲਮ ਕ੍ਰੀਏਟ ਕਰ ਦਿੰਦਾ। ਠੀਕ ਹੈ ਜੀ, ਸੋ ਫੂਡ ਜਿਹੜਾ ਹੈਗਾ ਹੁਣ ਐਗਜ਼ਿਟ ਕਰ ਰਿਹਾ, ਨਿਕਲ ਰਿਹਾ ਸਟਮਕ ਤੋਂ, ਅੱਗੇ ਜਾਣਾ ਉਹਨੇ, ਹੈ ਨਾ। ਸੋ ਇਹਨੂੰ ਸਮਾਲ ਇੰਟੈਸਟਾਈਨ ਦੇ ਕੋਲ ਜਾਣਾ ਨਾ, ਇਹ ਚੀਜ਼ ਕੌਣ ਕੰਟਰੋਲ ਕਰ ਰਿਹਾ, ਸਫਿੰਕਟਰ ਮਸਲਸ, ਇਹਨਾਂ ਦਾ ਨਾਮ ਹੀ ਇਸ ਤਰੀਕੇ ਦਾ ਹੈਗਾ, ਹੈ ਨਾ। ਸੋ ਇਸ ਚੀਜ਼ ਨੂੰ ਕੌਣ ਕੰਟਰੋਲ ਕਰ ਰਿਹਾ, ਸਫਿੰਕਟਰ ਮਸਲਸ ਜਿਹੜੇ ਹੈਗੇ ਆ ਉਹ ਕੰਟਰੋਲ ਕਰਦੇ ਪਏ ਆ ਕਿ ਫੂਡ ਜਿਹੜਾ ਹੁਣ ਅੱਗੇ ਜਾਏਗਾ ਸਮਾਲ ਇੰਟੈਸਟਾਈਨ 'ਚ। ਸਟਮਕ ਤੋਂ ਫੂਡ ਹੁਣ ਸਮਾਲ ਇੰਟੈਸਟਾਈਨ ਦੇ ਵਿੱਚ ਐਂਟਰ ਕਰਕੇ, ਸਮਾਲ ਇੰਟੈਸਟਾਈਨ ਐਲੀਮੈਂਟਰੀ ਕਨਾਲ ਦਾ ਸਭ ਤੋਂ ਲੌਂਗੈਸਟ ਪਾਰਟ ਹੈ। ਠੀਕ ਹੈ, ਸੋ ਪਰ ਇਹ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਹੀ, ਠੀਕ ਹੈ, ਫਿੱਟ ਆ ਜਾਂਦੀ ਹੈ ਸਮਾਲ ਇੰਟੈਸਟਾਈਨ, ਜਿਵੇਂ ਮੈਂ ਤੁਹਾਨੂੰ ਪਿੱਛੇ ਵੀ ਦਿਖਾਇਆ, ਕਿਉਂਕਿ ਬਹੁਤ ਜ਼ਿਆਦਾ ਕੰਡੈਂਸਡ ਹੈ, ਇਹਨੂੰ ਬਹੁਤ ਜ਼ਿਆਦਾ ਵੱਲ ਪਏ ਹੋਏ ਆ, ਹੈ ਨਾ। ਅਲੱਗ-ਅਲੱਗ ਜਾਨਵਰਾਂ ਦੇ ਵਿੱਚ, ਠੀਕ ਹੈ, ਸਮਾਲ ਇੰਟੈਸਟਾਈਨ ਦੀ ਲੰਬਾਈ ਅਲੱਗ-ਅਲੱਗ ਤਰ੍ਹਾਂ ਦੀ ਹੋ ਸਕਦੀ ਹੈ, ਪਰ ਅਲੱਗ-ਅਲੱਗ ਜਾਨਵਰ ਕਿਹੜੇ, ਦੋ ਤਰ੍ਹਾਂ ਦੇ ਜਾਨਵਰ ਹੁੰਦੇ ਆ। ਇੱਕ ਉਹ, ਠੀਕ ਹੈ, ਜਿਹੜਾ ਕਿ ਗਰਾਸ ਖਾਂਦੇ ਆ, ਠੀਕ ਹੈ, ਪੱਠੇ ਖਾਂਦੇ ਆ, ਅਤੇ ਇੱਕ ਉਹ ਜਿਹੜਾ ਕਿ ਮਾਸ ਖਾਂਦੇ ਆ, ਮੀਨਸ ਕਿ ਹਰਬੀਵੋਰਸ ਅਤੇ ਕਾਰਨੀਵੋਰਸ, ਹੈ ਨਾ। ਸੋ ਹਰਬੀਵੋਰਸ ਜਿਹੜੇ ਹੁੰਦੇ ਆ ਨਾ, ਜਿਹੜਾ ਕਿ ਗਰਾਸ ਖਾਂਦੇ ਆ, ਠੀਕ ਹੈ, ਉਹਨਾਂ ਦੇ ਵਿੱਚ ਸਮਾਲ ਇੰਟੈਸਟਾਈਨ ਲੌਂਗ ਹੁੰਦੀ ਹੈ, ਕਿਉਂਕਿ ਉਹਨਾਂ ਨੇ ਕੀ ਪਚਾਉਣਾ ਹੁੰਦਾ, ਸੈਲੂਲੋਜ਼, ਹੈ ਨਾ। ਜਦ ਕਿ ਜਿਹੜੇ ਮੀਟ ਖਾਣ ਵਾਲੇ ਜਿਹੜੇ ਹੁੰਦੇ ਆ, ਠੀਕ ਹੈ, ਉਹ ਮੀਟ ਜਿਹੜਾ ਈਜ਼ੀਲੀ ਡਾਈਜੈਸਟ ਹੋ ਜਾਂਦਾ, ਇਸ ਕਰਕੇ ਜਿਹੜੇ ਕਾਰਨੀਵੋਰਸ ਹੁੰਦੇ ਜਿਵੇਂ ਕਿ ਟਾਈਗਰ ਵਗੈਰਾ, ਇਹਨਾਂ ਦੀ ਸਮਾਲ ਇੰਟੈਸਟਾਈਨ ਸ਼ਾਰਟ ਹੁੰਦੀ ਹੈ। ਸੋ ਸਮਾਲ ਇੰਟੈਸਟਾਈਨ ਜਿਹੜੀ ਹੈ ਇੱਥੇ ਕਾਰਬੋਹਾਈਡਰੇਟਸ, ਪ੍ਰੋਟੀਨਸ, ਫੈਟਸ ਵਗੈਰਾ ਦੀ ਪੂਰੇ ਤਰੀਕੇ ਨਾਲ ਡਾਈਜੈਸ਼ਨ ਹੋ ਰਹੀ ਹੈ ਨਾ। ਸੋ ਇਹ ਲੀਵਰ ਤੋਂ, ਪੈਨਕ੍ਰੀਆਸ ਤੋਂ, ਮੈਂ ਪਹਿਲਾਂ ਵੀ ਦੱਸਿਆ ਸਮਾਲ ਇੰਟੈਸਟਾਈਨ ਜਿਹੜੀ ਹੈ ਕਈ ਤਰੀਕੇ ਦੀ ਸਕਰੀਸ਼ਨਸ ਜਿਹੜੀ ਹੈਗੀਆਂ, ਜੋ ਵੀ ਲੀਵਰ ਅਤੇ ਪੈਨਕ੍ਰੀਆਸ ਨੇ ਸਕਰੀਟ ਕੀਤੀ ਸਮਾਲ ਇੰਟੈਸਟਾਈਨ 'ਚ ਪਹੁੰਚ ਜਾਂਦੀ ਹੈ ਨਾ। ਠੀਕ ਹੈ, ਸੋ ਕਿਉਂਕਿ ਜਿਹੜਾ ਫੂਡ ਹੁਣ ਸਮਾਲ ਇੰਟੈਸਟਾਈਨ ਤੋਂ ਆਇਆ ਉਹ ਐਸਿਡਿਕ ਹੈ, ਇਸ ਕਰਕੇ ਪੈਨਕ੍ਰੀਏਟਿਕ ਜੂਸ ਜਿਹੜਾ ਹੈਗਾ ਪੈਨਕ੍ਰੀਏਟਿਕ ਗਲੈਂਡ ਨੇ ਸਕਰੀਟ ਕੀਤਾ ਹੈਗਾ। ਠੀਕ ਹੈ, ਸੋ ਪੈਨਕ੍ਰੀਏਟਿਕ ਐਂਜ਼ਾਈਮਸ ਦੇ ਐਕਸ਼ਨ ਦੇ ਲਈ ਉਹਦਾ ਅਲਕੇਲਾਈਨ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਸੋ ਐਸਿਡਿਕ ਮੀਡੀਅਮ ਨੂੰ ਪੈਨਕ੍ਰੀਏਟਿਕ ਜੂਸ ਕੀ ਕਰ ਦਿੰਦਾ, ਅਲਕੇਲਾਈਨ ਮੀਡੀਅਮ ਬਣਾ ਦਿੰਦਾ ਹੈਗਾ। ਠੀਕ ਹੈ, ਸੋ ਐਸਿਡਿਕ ਅਤੇ ਅਲਕੇਲਾਈਨ ਮੀਨਸ ਜੇ ਦੋਨੋਂ ਨਿਊਟਰਲ ਹੈ, ਦੋਨੋਂ ਦਾ ਬੈਲੈਂਸ ਹੋਣਾ ਚਾਹੀਦਾ ਸਟਮਕ ਦੇ ਵਿੱਚ, ਹੈ ਨਾ। ਬਾਈਲ ਜੂਸ ਲੀਵਰ ਤੋਂ ਆਇਆ ਹੈਗਾ। ਠੀਕ ਹੈ, ਸੋ ਉਹ ਫੈਟਸ ਦੇ ਉੱਤੇ ਐਕਟ ਤਾਂ ਕਰਦਾ ਹੀ ਕਰਦਾ। ਇੰਟੈਸਟਾਈਨ ਦੇ ਵਿੱਚ ਜਿਹੜੇ ਫੈਟਸ ਪ੍ਰੈਜ਼ੈਂਟ ਹੈ, ਵੱਡੇ ਵੱਡੇ ਗਲੋਬਿਊਲਸ ਕਹਿੰਦੇ ਹਾਂ ਅਸੀਂ ਉਹਨਾਂ ਨੂੰ, ਫੈਟਸ ਦੇ ਜਿਹੜੇ ਵੱਡੇ ਵੱਡੇ ਮੋਲੀਕੂਲਸ ਆ ਨਾ, ਉਹਨਾਂ ਨੂੰ ਅਸੀਂ ਲਾਰਜ ਗਲੋਬਿਊਲਸ ਕਹਿੰਦੇ ਹਾਂ, ਹੈ ਨਾ। ਸੋ ਉਹਦੇ ਉੱਤੇ ਐਂਜ਼ਾਈਮਸ ਨਹੀਂ ਤਾਂ ਇਸ ਤਰੀਕੇ ਦੇ ਨਾਲ ਐਕਟ ਨਹੀਂ ਕਰ ਸਕਦੇ। ਬਾਈਲ ਜੂਸ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕਰਦਾ। ਬਾਈਲ ਸਾਲਟਸ ਜਿਹੜੇ ਹੈਗੇ ਆ, ਠੀਕ ਹੈ, ਉਹ ਵੀ ਬ੍ਰੇਕ ਡਾਊਨ ਕਰ ਦਿੰਦੇ ਆ, ਛੋਟੇ ਛੋਟੇ ਗਲੋਬਿਊਲਸ ਜਿਹੜੇ ਹੈਗੇ ਉਹਨਾਂ ਨੂੰ ਤੋੜ ਦਿੰਦੇ ਆ ਐਂਜ਼ਾਈਮਸ ਦੀ ਮਦਦ ਦੇ ਨਾਲ। ਠੀਕ ਹੈ, ਤਾਂ ਜੋ ਵੱਧ ਤੋਂ ਵੱਧ ਐਬਜ਼ੋਰਪਸ਼ਨ ਜਿਹੜੀ ਹੈਗੀ ਆ ਉਹ ਹੋ ਸਕੇ। ਠੀਕ ਹੈ, ਸੋ ਇਹਨੂੰ ਅਸੀਂ ਹੋਰ ਕੀ ਕਹਿੰਦੇ ਹਾਂ, ਕਹਿੰਦਾ ਦਿਸ ਇਜ਼ ਸਿਮਿਲਰ ਟੂ ਦਾ ਇਮਲਸੀਫਾਈਂਗ ਐਕਸ਼ਨ ਆਫ ਦਾ ਸੋਪ ਔਨ ਦਾ ਡਰਟ। ਠੀਕ ਹੈ, ਜਿਸ ਤਰੀਕੇ ਦੇ ਨਾਲ ਸਾਬਣ ਜਿਹੜਾ ਹੈਗਾ, ਠੀਕ ਹੈ, ਮੈਲ ਨੂੰ ਬਾਹਰ ਕੱਢਦਾ, ਇਸੇ ਸੋ ਵੱਡੇ ਵੱਡੇ ਫੈਟਸ ਦੇ ਮੋਲੀਕੂਲ ਜਿਹੜੇ ਕਿ ਸਾਡੇ ਫੂਡ ਦੇ ਵਿੱਚ ਪ੍ਰੈਜ਼ੈਂਟ ਸੀ ਨਾ, ਉਹ ਸਾਰਿਆਂ ਨੂੰ ਤੋੜ ਦਿੱਤਾ ਹੈਗਾ, ਛੋਟੇ ਛੋਟੇ ਮੋਲੀਕਿਊਲਸ ਬਣਾ ਦਿੱਤਾ ਜਾਂਦਾ। ਸਮਾਲ ਇੰਟੈਸਟਾਈਨ ਦੀ ਵਾਲ ਦੇ ਵਿੱਚ ਵੀ ਗਲੈਂਡਸ ਪ੍ਰੈਜ਼ੈਂਟ ਹੁੰਦੇ, ਜਿਨ੍ਹਾਂ ਨੂੰ ਅਸੀਂ ਇੰਟੈਸਟਾਈਨਲ ਗਲੈਂਡਸ ਕਹਿੰਦੇ ਹਾਂ, ਅਤੇ ਜਿਹੜੇ ਕਿ ਇੰਟੈਸਟਾਈਨਲ ਜੂਸ ਸਕਰੀਟ ਕਰਦੇ ਹਾਂ। ਠੀਕ ਹੈ, ਸੋ ਬਿਲਕੁਲ ਸਿੰਪਲ ਹੈ, ਕੋਈ ਐਸੀ ਗੱਲ ਨਹੀਂ ਹੈ।
ਠੀਕ ਹੈ। ਸੋ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਅੰਦਰ ਜਿਹੜੇ ਐਂਜ਼ਾਈਮਸ ਪ੍ਰੈਜ਼ੈਂਟ ਹੈਗੇ ਆ ਇੰਟੈਸਟਾਈਨਲ ਜੂਸ ਦੇ ਅੰਦਰ ਵੀ, ਉਹ ਪ੍ਰੋਟੀਨ ਨੂੰ ਕਨਵਰਟ ਕਰ ਦਿੰਦੇ ਅਮਾਈਨੋ ਐਸਿਡਸ, ਕੰਪਲੈਕਸ ਕਾਰਬੋਹਾਈਡਰੇਟਸ ਨੂੰ ਗਲੂਕੋਜ਼ ਦੇ ਵਿੱਚ, ਫੈਟਸ ਨੂੰ ਫੈਟੀ ਐਸਿਡਸ ਤੇ ਗਲਿਸਰੋਲਸ ਦੇ ਵਿੱਚ। ਠੀਕ ਹੈ। ਸੋ ਡਾਈਜੈਸਟਡ ਫੂਡ ਜਿਹੜਾ ਹੈਗਾ ਉਹਨੂੰ ਕੌਣ ਹੁਣ ਲੈ ਲੈਂਦਾ, ਸਮਾਲ ਇੰਟੈਸਟਾਈਨ ਦੀਆਂ ਜਿਹੜੀਆਂ ਵਾਲਸ ਹੈ ਉਹਦੇ ਵਿੱਚ ਪੂਰੀ ਤਰੀਕੇ ਨਾਲ ਐਬਜ਼ੋਰਬ ਹੋ ਜਾਂਦਾ ਡਾਈਜੈਸਟਡ ਫੂਡ। ਇਨਰ ਲਾਈਨਿੰਗ ਜਿਹੜੀ ਹੈਗੀ ਆ ਸਮਾਲ ਇੰਟੈਸਟਾਈਨ ਦੀ, ਉੱਥੇ ਵੀ ਬਹੁਤ ਸਾਰੇ ਫਿੰਗਰ ਲਾਈਕ ਪ੍ਰੋਜੈਕਸ਼ਨਸ, ਠੀਕ ਹੈ, ਪਤਲੇ ਪਤਲੇ ਉਂਗਲੀਆਂ ਵਰਗੀਆਂ ਪ੍ਰੋਜੈਕਸ਼ਨਸ ਪ੍ਰੈਜ਼ੈਂਟ ਹੈ, ਜਿਨ੍ਹਾਂ ਨੂੰ ਕੀ ਕਹਿੰਦੇ ਵਿਲਾਈ। ਕਿਉਂਕਿ ਸਮਾਲ ਇੰਟੈਸਟਾਈਨ ਦੇ ਵਿੱਚ ਹੁੰਦੀ ਹੁਣ ਕੀ ਹੋਣਾ, ਫੂਡ ਦੀ ਜਿਹੜਾ ਐਬਜ਼ੋਰਬਡ ਫੂਡ ਹੈ, ਡਾਈਜੈਸਟ ਹੋਇਆ ਪਿਆ ਫੂਡ ਹੈ, ਉਹਦੀ ਚੰਗੇ ਤਰੀਕੇ ਨਾਲ ਕੀ ਹੋਣੀ ਹੈ, ਐਬਜ਼ੋਰਪਸ਼ਨ ਹੋਣੀ ਹੈ ਨਾ, ਉਹਨੇ ਬਲੱਡ ਦੇ ਵਿੱਚ ਮਿਕਸ ਹੋ ਜਾਣਾ। ਵਿਲਾਈ ਦੇ ਵਿੱਚ ਵੀ ਬਹੁਤ ਸਾਰੀ ਬਲੱਡ ਸਪਲਾਈ ਜਿਹੜੀ ਹੈ ਉਹ ਹੋ ਰਹੀ ਹੈ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਬਲੱਡ ਦੇ ਦੁਆਰਾ ਜਿਹੜਾ ਸਾਰਾ ਅਬਜ਼ੋਰਬਡ ਫੂਡ ਜਿਹੜਾ ਹੈਗਾ ਹਰ ਇੱਕ ਬੋਡੀ ਦੇ ਸੈੱਲ ਦੇ ਕੋਲ ਜਾ ਰਿਹਾ, ਉਹਦੇ ਤੋਂ ਐਨਰਜੀ ਜਿਹੜੀ ਹੈਗੀ ਪ੍ਰੋਡਿਊਸ ਕੀਤੀ ਜਾ ਰਹੀ ਹੈ, ਨਵੇਂ ਟਿਸ਼ੂਜ਼ ਬਣਾਏ ਜਾ ਰਹੇ ਨੇ, ਓਲਡ ਟਿਸ਼ੂਜ਼ ਦੀ ਜਿਹੜੀ ਹੈ ਰਿਪੇਅਰ ਕੀਤੀ ਜਾ ਰਹੀ ਹੈ। ਸੋ ਅਨਐਬਜ਼ੋਰਬਡ ਜਿਹੜਾ ਫੂਡ ਹੈਗਾ ਉਹ ਲਾਰਜ ਇੰਟੈਸਟਾਈਨ ਦੇ ਵਿੱਚ ਪਹੁੰਚ ਜਾਂਦਾ। ਹਜੇ ਵੀ ਅਨਐਬਜ਼ੋਰਬਡ ਫੂਡ ਦੇ ਵਿੱਚੋਂ ਦੀ ਬਹੁਤ ਸਾਰਾ ਵਾਟਰ ਜਿਹੜਾ ਹੈਗਾ ਉਹਨੂੰ ਅਬਜ਼ੋਰਬ ਕਰ ਲਿਆ ਜਾਂਦਾ, ਬਾਕੀ ਸਾਰਾ ਮਟੀਰੀਅਲ ਜਿਹੜਾ ਹੈਗਾ ਬੋਡੀ ਤੋਂ ਏਨਸ ਦੇ ਥਰੂ ਬਾਹਰ ਕੱਢ ਦਿੱਤਾ ਜਾਂਦਾ। ਠੀਕ ਹੈ। ਸੋ ਇੱਥੇ ਵੀ ਕੌਣ ਹੈ, ਠੀਕ ਹੈ, ਜਿਹੜਾ ਕਿ ਵੇਸਟ ਨੂੰ ਬਾਹਰ ਕੱਢ ਰਿਹਾ, ਏਨਲ ਸਫਿੰਟਰਸ। ਠੀਕ ਹੈ ਜੀ, ਇੱਥੇ ਤੱਕ ਤੁਸੀਂ ਸੁਣਨਾ।